ਅਸੀਂ ਫਾਈਲ ਅਪਲਾਈ ਕਰ ਸਕਦੇ ਹਾਂ, ਵੀਜ਼ਾ ਦੇਣਾ ਸਾਡਾ ਕੰਮ ਨਹੀਂ ਹੈ। ਤੁਹਾਡਾ ਕੀ ਮਤਲਬ ਹੁੰਦਾ ਮੈਨੂੰ ਫੋਨ ਕਰਨ ਦਾ ਜਦੋਂ ਤੁਸੀਂ ਐਡਾ ਵੱਡਾ ਪ੍ਰਸ਼ਾਸਨ ਚਲਾ ਰਹੇ ਹੋ? ਤੁਹਾਨੂੰ ਇਹ ਨਹੀਂ ਪਤਾ ਕਿ ਕੀ ਹੋ ਰਿਹਾ? ਤੁਹਾਡੇ ਬੰਦੇ ਆ ਰਹੇ ਨੇ, ਗੱਲ ਹੋ ਰਹੀ ਹੈ, ਗੱਲ ਖਤਮ ਹੋ ਗਈ ਹੈ। ਅਸੀਂ ਫਾਈਲ ਅਪਲਾਈ ਕਰ ਸਕਦੇ ਹਾਂ, ਵੀਜ਼ਾ ਦੇਣਾ ਸਾਡਾ ਕੰਮ ਨਹੀਂ ਹੈ। ਸਰ ਕੋਈ ਪੈਸਾ ਨਹੀਂ ਲਿਆ ਜੀ, ਇੱਕ ਪੈਸਾ ਸਰ ਅਸੀਂ ਲਾਇਆ ਹੋਇਆ, ਉਹ ਵੀ ਬਾਈ ਅਕਾਊਂਟ ਪੇਮੈਂਟ ਗਈ ਹੈ ਜੀ। ਪੇਸ਼ ਹੋਣ ਦਾ ਮਤਲਬ ਕੀ ਹੈ ਸਰ? ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ, ਕਿਉਂਕਿ ਮੈਨੂੰ ਗੰਦੀ ਲੈਂਗੁਏਜ ਲੱਗੀ ਸਰ, ਜਿਹਦੇ ਕਰਕੇ ਮੈਂ ਉਸ ਚੀਜ਼ ਨੂੰ ਕਦੇ ਵੀ, ਕੋਈ ਵੀ ਪੰਜਾਬ ਦੀ ਇੱਕ ਦੁਨੀਆ ਦੀ ਬੇਟੀ ਕੋਈ ਵੀ ਇਸ ਚੀਜ਼ ਨੂੰ ਟੋਲਰੇਟ ਨਹੀਂ ਕਰੇਗੀ। ਇਹਨਾਂ ਨੇ ਫਰਾਡ ਕੀਤਾ ਸਾਰੇ ਦੇਖੋ ਸਰ, ਨਹੀਂ ਸਰ ਤੁਹਾਡੇ ਬੰਦੇ ਇਹ ਨਹੀਂ ਕਹਿ ਸਕਦੇ ਕਿ ਕੁੜੀ ਇੱਥੇ ਪੇਸ਼ ਹੋਵੇ। ਨਹੀਂ ਸਰ ਤੁਹਾਡੇ ਬੰਦੇ ਇਹ ਨਹੀਂ ਕਹਿ ਸਕਦੇ ਕਿ ਕੁੜੀ ਇੱਥੇ ਪੇਸ਼ ਹੋਵੇ। ਉਮੀਦ ਨਹੀਂ ਸੀ ਕਿ ਐਵੇਂ ਦਾ ਹੋਏਗਾ। ਮੈਨੂੰ ਇਹ ਸੀਗਾ, ਮੈਂ ਫੋਨ ਰਿਕਾਰਡਿੰਗ ਤੇ ਲਾ ਲਿਆ, ਮੈਨੂੰ ਇਹ ਸੀਗਾ ਕਿ ਆਮ ਆਦਮੀ ਪਾਰਟੀ ਵਧੀਆ ਕਰ ਰਹੇ ਨੇ, ਕਿ ਅਗਰ ਇਨ ਕੇਸ ਕੋਈ ਇਸ਼ੂ ਹੁੰਦਾ ਵੀ ਮੈਂ ਕਹੂੰਗੀ ਦੇਖੋ ਸਾਡੀ ਇੰਨੀ ਰਿਸਪੈਕਟ ਦੇ ਨਾਲ ਗੱਲ ਸੁਣੀ ਗਈ। ਸਰ ਮੈਨੂੰ ਐਮਐਲਏ ਸਾਹਿਬ ਨੇ ਰੂਟਲੀ ਗੱਲ ਕੀਤੀ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਸਾਡੇ ਬੰਦੇ ਤਾਂ ਗਲਤ ਬੋਲਣਗੇ। ਤੇ ਸੈਕਿੰਡ ਸਰ ਇਹਨਾਂ ਨੇ ਫਿਰ ਫੋਨ ਕੀਤਾ ਐਸਐਚਓ ਦਰਾਹਾ ਨੂੰ, ਕਹਿੰਦੇ ਇਹਨਾਂ ਦੇ ਆਫਿਸ ਜਾਓ, ਸਾਰੇ ਡਾਕੂਮੈਂਟ ਚੈੱਕ ਕਰੋ ਤੇ ਲੋਕ ਲਾ ਦਿਓ। ਸਾਰੇ ਡਾਕੂਮੈਂਟ ਪੂਰੇ ਚਾਹੀਦੇ ਆ। ਇਹ ਡਾਕੂਮੈਂਟ ਇਹਨਾਂ ਦੇ ਪੂਰੇ ਨਹੀਂ ਹੈਗੇ, ਸਾਰੇ ਡਾਕੂਮੈਂਟ ਮੈਨੂੰ ਪੂਰੇ ਚਾਹੀਦੇ ਇਹਨਾਂ ਦੇ 100%, ਔਰ ਇੱਕ ਚੈੱਕਲਿਸਟ ਚਾਹੀਦੀ ਹੈ ਸ਼ਾਮ ਤੱਕ ਮੈਨੂੰ। ਜਦੋਂ ਉੱਥੋਂ ਮੈਂ ਬਾਹਰ ਆਈ 10-15 ਮਿੰਟ ਬਾਅਦ ਸਰ ਜਦੋਂ ਮੈਂ ਪਹੁੰਚੀ ਆਫਿਸ, ਸਰ ਦੁਰਾਹੇ ਦੀ ਸਾਰੀ ਪੁਲਿਸ ਮੇਰੇ ਆਫਿਸ ਸੀ। ਜਦੋਂ ਫੈਮਿਲੀ ਦੇ ਨਾਲ ਗੱਲ ਹੋਣ ਤੋਂ ਬਾਅਦ ਉਹ ਸਾਡੇ ਕੋਲ ਅੱਧਾ ਪੌਣਾ ਘੰਟਾ ਬੈਠ ਕੇ ਗਏ ਨਹੀਂ ਸਰ। ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਪਾਰਟੀ ਫੰਡ ਦਿਓ, ਵੀ ਤੁਹਾਡੀਆਂ ਕੰਪਲੇਂਟਸ ਥੋੜ੍ਹੀ ਬਹੁਤੀ ਇਮੀਗ੍ਰੇਸ਼ਨ ਵਾਲਿਆਂ ਦੀ ਆਉਂਦੀਆਂ ਰਹਿੰਦੀਆਂ ਨੇ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਸੇ ਪੁਲਿਸ ਤੋਂ ਕਿਸੇ ਤੋਂ ਨਹੀਂ, ਤੁਹਾਡੇ ਵੱਲ ਕੋਈ ਅੱਖ ਵੀ ਨਹੀਂ ਚੱਕੇਗਾ। ਸਰ ਮੈਂ ਸਾਫ਼ ਕਹਿਤਾ ਸੀ, ਦੇਖੋ ਜੀ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਸਾਡਾ ਕੰਮ ਸਾਫ਼ ਸੁਥਰਾ, ਅਸੀਂ ਤਾਂ ਆਪਣੇ ਕੋਲੋਂ ਪੇਮੈਂਟ ਲਾਉਂਦੇ ਹਾਂ ਜੀ, ਅਸੀਂ ਕੋਈ ਪਾਰਟੀ ਫੰਡ ਨਹੀਂ ਦੇਵਾਂਗੇ, ਨਾ ਹੀ ਸਾਡਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਹੈ। ਇਹ ਕਹਿੰਦੇ ਤੁਸੀਂ ਕੁੜੀਆਂ ਕਿਉਂ ਰੱਖੀਆਂ ਹੋਈਆਂ, ਤੁਸੀਂ ਮੁੰਡੇ ਰੱਖੋ। ਸਰ ਜੈਂਡਰ ਮੈਟਰ ਹੈ, ਅਗਰ ਫਿਰ ਸਾਡੀਆਂ ਵੋਟਾਂ ਵੀ ਨਾ ਲੈਣ ਕਿਉਂ ਹੋਵੇ ਜੀ? ਕੱਲ ਮਚਾਉਂਦਾ ਹੋ ਜੀ ਦਫ਼ਤਰ ਦੇ ਵਿੱਚ ਕੁੜੀਆਂ ਕਿਉਂ ਬੈਠੀਆਂ ਨੇ? ਉੱਥੇ ਕਿਹੜੀ ਕੁੜੀਆਂ? ਕਿਹੜੀਆਂ ਜੀ? ਬੰਦੇ ਬਣਾਓ ਉੱਤੇ ਤੁਸੀਂ। ਨਹੀਂ ਫਿਰ ਇਹ ਨਹੀਂ ਕਹਿ ਸਕਦੇ ਮੇਰੇ ਨਾਂ ਦੇ ਲਾਇਸੈਂਸ ਹੈ ਜੀ, ਦੱਸੋ। ਐਡਵੋਕੇਟ ਤੱਕ ਡਰਾ ਦਿੱਤਾ ਗਿਆ। ਐਡਵੋਕੇਟ ਸਾਹਿਬ ਮੇਰਾ ਫੋਨ ਨਹੀਂ ਚੱਕਦੇ ਸਰ। ਇਸ ਤੋਂ ਵੱਧ ਮੈਨੂੰ ਦੱਸੋ ਗੁੰਡਾ ਰਾਜ ਕੀ ਹੋ ਸਕਦਾ? ਮੈਨੂੰ ਇਹ ਪੁੱਛਣਾ ਚਾਹੁੰਦੀ ਹਾਂ ਐਮਐਲਏ ਸਾਹਿਬ ਨੂੰ ਵੀ ਇਹ ਡੈਮੋਕ੍ਰੇਸੀ ਹੈ? ਇਹ ਤੁਹਾਨੂੰ ਐਪਲੀਕੇਸ਼ਨ ਦਾ ਰਾਈਟ ਹੈਗਾ, ਸਾਡੇ ਜੱਜ ਸਾਹਿਬ ਨੂੰ ਹੈਗਾ, ਇਹ ਸਾਡੇ ਕੋਰਟ ਨੂੰ ਹੈਗਾ, ਇਹ ਪੁਲਿਸ ਸਟੇਸ਼ਨ ਨੂੰ ਹੈਗਾ। ਇਹ ਕਿਹੜਾ ਗੁੰਡਾ ਰਾਜ ਹੈ ਸਰ? ਇਹ ਤੁਸੀਂ ਨਿਆਂਪਾਲਿਕਾ ਨੂੰ ਆਪਣੇ ਹੱਥ 'ਚ ਲੈ ਰਹੇ ਹੋ ਸਰ। 75 ਸਾਲ ਦੀ ਸੜਾਂਤ ਮਾਰਦੀ ਰਾਜਨੀਤੀ ਤੋਂ ਲੋਕਾਂ ਨੇ ਸੁੱਖ ਪਾ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਸ ਕਰਕੇ ਚੁਣਿਆ ਸੀ ਕਿ ਜੋ 70-75 ਸਾਲ ਦੇ ਵਿੱਚ ਲਗਾਤਾਰ ਦੋ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ, ਲੋਕਾਂ ਨੇ ਬਰਦਾਸ਼ਤ ਨਹੀਂ ਸੀ ਕੀਤਾ। ਲੋਕਾਂ ਨੇ ਬਦਲਾਓ ਦੇ ਨਾਂ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਚੁਣੀ ਤੇ ਸਰਕਾਰ ਚੁਣੀ ਨੂੰ ਲਗਭਗ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ। ਵੱਖ-ਵੱਖ ਇਲਾਕਿਆਂ ਵਿੱਚੋਂ ਵੱਖ-ਵੱਖ ਖਬਰਾਂ ਆਉਂਦੀਆਂ ਨੇ, ਸਰਕਾਰ ਦੇ ਚੰਗੇ ਕੰਮਾਂ ਦੀਆਂ ਵੀ ਆਉਂਦੀਆਂ ਤੇ ਸਰਕਾਰ ਦੇ ਜਿਹੜੇ ਵਿਧਾਇਕ ਨੇ ਉਹ ਲੋਕਾਂ ਦੇ ਨਾਲ ਕਿਵੇਂ ਦਾ ਵਿਵਹਾਰ ਕਰਦੇ ਨੇ ਉਹ ਵੀ ਅਕਸਰ ਆਪਾਂ ਮੰਤਰੀ ਤੋਂ ਲੈ ਕੇ ਵਿਧਾਇਕਾਂ ਤੱਕ ਖਬਰਾਂ ਦੇਖੀਆਂ ਨੇ। ਇਸ ਵਕਤ ਦਰਾਹਾ ਦੇ ਵਿੱਚ ਮੌਜੂਦ ਹਾਂ। ਮਾਨਵਿੰਦਰ ਸਿੰਘ ਗਿਆਸਪੁਰਾ ਪਾਇਲ ਹਲਕੇ ਤੋਂ ਵਿਧਾਇਕ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਕੁਝ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਪਾਰਟੀ ਫੰਡ ਦੇ ਨਾਂ ਤੇ ਕਿਸੇ ਸੰਸਥਾ ਦੇ ਮੁਖੀ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਆ। ਸਾਡੇ ਨਾਲ ਨੀਤੂ ਸਿੰਘ ਜੀ ਮੌਜੂਦ ਆ, ਕਰਦੇ ਉਹਨਾਂ ਨਾਲ ਗੱਲਬਾਤ ਕਿ ਕੀ ਉਹ ਘਟਨਾ ਵਾਪਰੀ ਆ ਜਿਹਦਾ ਕਰਕੇ ਮਾਲਵਿੰਦਰ ਸਿੰਘ ਗਿਆਸਪੁਰਾ ਦੇ ਖਿਲਾਫ ਉਹਨਾਂ ਨੂੰ ਆਵਾਜ਼ ਉਠਾਉਣੀ ਪਈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ ਤੇ ਆਪਣੀ ਸੰਸਥਾ ਕਿੱਥੇ ਚੱਲਦੀ? ਸਰ ਯੂਨੀਵਰਸ ਇੰਸਟੀਚਿਊਟ ਤੋਂ ਆ, ਨੀਤੂ ਸਿੰਘ ਜੀ। ਤੇ ਕੀ ਘਟਨਾ ਵਾਪਰੀ, ਕੀ ਹਾਲਾਤ ਹੋਏ ਸੀਗੇ ਜਿਵੇਂ ਤੁਹਾਨੂੰ ਉਹਨਾਂ ਦੇ ਦਫ਼ਤਰ ਜਾਣਾ ਪਿਆ ਤੇ ਉਸ ਤੋਂ ਬਾਅਦ ਤੁਹਾਡੇ ਦਫ਼ਤਰ ਦੇ ਵਿੱਚ ਪੁਲਿਸ ਵਿਧਾਇਕ ਵੱਲੋਂ ਭੇਜੀ ਗਈ, ਕੀ ਘਟਨਾ ਵਾਪਰੀ? ਸਰ ਮੇਨ ਸੀ ਇੱਕ ਸਟੂਡੈਂਟ ਦਾ ਸਾਡੇ ਕੋਲ ਸਰ ਵੀਜ਼ੇ ਲਈ ਸਰ ਅਪਲਾਈ ਕੀਤਾ ਹੋਇਆ ਸੀ ਤੇ ਉਹ ਬੱਚੇ ਦੀ ਸਰ ਰਿਫਿਊਜ਼ਲ ਆ ਗਈ ਸੀ। ਦੇਖੋ ਸਰ ਸਾਡਾ ਕੰਮ ਹੈਗਾ ਅਪਲਾਈ ਕਰਨਾ, ਦੇਖੋ ਵੀਜ਼ਾ ਦੇਣਾ ਐਮਬੈਸੀ ਦਾ ਕੰਮ ਹੈ। ਜਿਵੇਂ ਕਿ ਸਰ ਤੁਹਾਨੂੰ ਪਤਾ ਵੀ ਹੈ ਕਿ ਅਮਰੀਕਨ ਐਮਬੈਸੀ ਨੇ ਮੋਦੀ ਸਾਹਿਬ ਨੂੰ ਵੀ ਬੈਨ ਕਰ ਦਿੱਤਾ ਸੀ। ਸਰ ਸਾਡਾ ਕੰਮ ਇਹ ਹੈ ਕਿ ਅਸੀਂ ਫਾਈਲ ਅਪਲਾਈ ਕਰ ਸਕਦੇ ਹਾਂ, ਵੀਜ਼ਾ ਦੇਣਾ ਸਾਡਾ ਕੰਮ ਨਹੀਂ ਹੈ। ਉਸ ਤੋਂ ਬਾਅਦ ਸਰ ਉਹ ਕੇਸ ਅਸੀਂ ਪੁਲਿਸ ਸਟੇਸ਼ਨ 'ਚ ਚਲੇ ਗਏ ਸੀ ਕਿਉਂਕਿ ਫੀਸਿਸ ਅਸੀਂ ਭਰੀਆਂ ਹੋਈਆਂ ਸੀ ਸਰ, ਬੱਚੇ ਤੋਂ ਕੋਈ ਪੇਮੈਂਟ ਨਹੀਂ ਲਈ ਗਈ ਸੀ। ਦੈਨ ਸਰ ਉੱਥੇ ਸਾਡਾ ਕੰਪਰਮਾਈਜ਼ ਰਿਟਨ 'ਚ ਹੋ ਗਿਆ ਸੀ ਕਿ ਬੱਚੇ ਦੀ ਦੁਬਾਰਾ ਰੀਅਪਲਾਈ ਫਾਈਲ ਕਰੀ ਜਾਏਗੀ ਤੇ ਵੇਟ ਕਰੇਗਾ ਜਦੋਂ ਤੱਕ ਵੀਜ਼ਾ ਨਹੀਂ ਆਏਗਾ। ਸਰ ਉਸ ਤੋਂ ਬਾਅਦ ਉਹ ਰੀਅਪਲਾਈ ਵੀ ਹੋ ਗਈ ਫਾਈਲ, ਸਰ ਕੋਲੇ ਚੇਂਜ ਹੋ ਗਿਆ, ਸਾਰਾ ਕੁਝ ਹੋ ਗਿਆ। ਤੇ ਸਰ ਮੈਨੂੰ 2 ਮਹੀਨੇ ਬਾਅਦ ਫੋਨ ਆਉਂਦਾ ਹੈ ਗਿਆਸਪੁਰਾ ਜੀ ਦੇ ਐਮਐਲਏ ਸਾਹਿਬ ਦੇ ਆਫਿਸ ਤੋਂ, ਪਾਇਲ ਵਾਲਿਆਂ ਦੇ, ਕਿ ਸਾਡੇ ਕੋਲ ਤੁਹਾਡੀ ਰਿਟਨ 'ਚ ਕੰਪਲੇਂਟ ਆਈ ਹੈ ਕਿ ਕੋਈ ਬੱਚਾ ਹੈ ਕਿ ਉਹਨਾਂ ਨੇ ਫਾਈਲ ਨਹੀਂ ਲਗਵਾਉਣੀ, ਉਹ ਨਹੀਂ ਜਾਣਾ ਚਾਹੁੰਦਾ। ਸਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਮੋਸਟ ਵੈਲਕਮ ਹੈ, ਤੁਸੀਂ ਆਫਿਸ ਆਓ, ਆਫਿਸ ਬੈਠ ਕੇ ਗੱਲ ਕਰੋ, ਜੋ ਵੀ ਹੈ ਅਸੀਂ ਤੁਹਾਨੂੰ ਸਾਰੀ ਗੱਲ ਦੱਸ ਦਾਂਗੇ। ਸਰ ਇਹਨਾਂ ਦੇ ਕੁਝ ਮੈਂਬਰ ਸੀਗੇ ਉਹ ਸਾਡੇ ਕੋਲ ਆ ਗਏ
ਬੈਠ ਕੇ ਸਾਰੀ ਗੱਲ ਹੋਈ, ਫੈਮਿਲੀ ਵੀ ਸਰ ਸਾਡੇ ਨਾਲ ਬੈਠੀ ਤੇ ਫਿਰ ਤੋਂ ਇਹੀ ਅਸੀਂ ਸੋਲੂਸ਼ਨ ਕੱਢਿਆ ਕਿ ਵੇਟ ਕਰਨਾ ਪਏਗਾ ਕਿ ਵੀਜ਼ਾ ਆ ਜਾਏਗਾ, ਫਿਰ ਹੈ ਨਾ ਫਰਦਰ ਜੋ ਵੀ ਹੈ ਬੱਚਾ ਬਾਹਰ ਚਲ ਜਾਏਗਾ। ਤੇ ਫਿਰ ਸਰ ਜਦੋਂ ਉਸ ਵੇਲੇ ਤੱਕ ਤੁਸੀਂ ਬੱਚੇ ਕੋਲੋਂ ਕੋਈ ਪੈਸਾ ਜਾਂ ਕੁਝ ਲਿਆ ਸੀਗਾ ਕੁਝ? ਸਰ ਕੋਈ ਪੈਸਾ ਨਹੀਂ ਲਿਆ ਜੀ, ਇੱਕ ਪੈਸਾ ਸਰ ਅਸੀਂ ਲਾਇਆ ਹੋਇਆ, ਉਹ ਵੀ ਬਾਈ ਅਕਾਊਂਟ ਪੇਮੈਂਟ ਗਈ ਹੈ ਜੀ। ਜੀ ਸਰ। ਤੇ ਕੀ ਤੈਅ ਹੋਇਆ ਉਸ ਵੇਲੇ ਜਿਹੜੇ ਤੁਹਾਡੇ ਕੋਲ ਬੰਦੇ ਆਏ ਗਿਆਸਪੁਰਾ ਸਾਹਿਬ? ਸਰ ਇਹੀ ਤੈਅ ਹੋਇਆ ਕਿ ਬੱਚੇ ਨੂੰ ਵੇਟ ਹੀ ਕਰਨਾ ਪਏਗਾ, ਹੋਰ ਅਲਟਰਨੇਟਿਵ ਕੋਈ ਹੱਲ ਨਹੀਂ ਹੈ। ਜੀ ਸਰ। ਉਸ ਤੋਂ ਬਾਅਦ ਫਿਰ ਉਹਨਾਂ ਦੇ ਦਫ਼ਤਰ ਜਾਣ ਵਾਲੀ? ਸੈਕਿੰਡ ਡੇ ਸਰ ਮੈਨੂੰ ਆਪਣਾ ਫੋਨ ਆਂਦਾ ਕਰਨ ਸਿਓੜਾ ਜੀ ਦਾ, ਕਹਿੰਦੇ ਮੈਂ ਕੋਈ ਹੈਗਾ ਪੰਜਾਬ ਦੇ ਕੋਈ ਆਈ ਡੋਨਟ ਨੋ ਕੀ ਹੈਗੇ ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ। ਤੇ ਸਰ ਉਹ ਕਹਿੰਦੇ ਕਿ ਤੁਹਾਨੂੰ ਆਫਿਸ ਆਉਣਾ ਪਏਗਾ। ਮੈਂ ਕਿਹਾ ਸਰ ਪਹਿਲੀ ਗੱਲ ਤੁਸੀਂ ਇਹ ਦੱਸੋ, ਜਦੋਂ ਕੱਲ ਤੁਹਾਡੇ ਬੰਦੇ ਆ ਕੇ ਗਏ ਨੇ ਪੁਲਿਸ ਸਟੇਸ਼ਨ 'ਚ ਸਾਡਾ ਕੰਪਰਮਾਈਜ਼ ਹੋ ਗਿਆ, ਕੱਲ ਤੁਹਾਡੇ ਬੰਦਿਆਂ ਦੇ ਵਿੱਚ ਹੋ ਗਿਆ, ਕਹਿੰਦੇ ਮੈਂ ਕਿਹਾ ਵੀ ਫਿਰ ਤੁਹਾਡਾ ਕੀ ਮਤਲਬ ਹੁੰਦਾ ਮੈਨੂੰ ਫੋਨ ਕਰਨ ਦਾ, ਜਦੋਂ ਤੁਸੀਂ ਐਡਾ ਵੱਡਾ ਪ੍ਰਸ਼ਾਸਨ ਚਲਾ ਰਹੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਕੀ ਹੋ ਰਿਹਾ, ਤੁਹਾਡੇ ਬੰਦੇ ਆ ਰਹੇ ਨੇ, ਗੱਲ ਹੋ ਰਹੀ ਹੈ, ਗੱਲ ਖਤਮ ਹੋ ਗਈ ਹੈ, ਫਿਰ ਕਿਉਂ ਆਵਾਂ? ਸਰ ਕਹਿੰਦੇ ਰਿਟਨ 'ਚ ਕੰਪਲੇਂਟ ਹੈ ਜੀ, ਤੁਹਾਨੂੰ ਆਉਣਾ ਪਏਗਾ, ਤੁਹਾਨੂੰ ਪੇਸ਼ ਹੋਣਾ ਪਏਗਾ। ਸਰ ਜਿੱਥੋਂ ਮੈਨੂੰ ਗੁੱਸਾ ਚੜਿਆ ਕਿ ਪੇਸ਼ ਹੋਣ ਦਾ ਮਤਲਬ ਕੀ ਹੈ ਸਰ? ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ, ਕਿਉਂਕਿ ਮੈਨੂੰ ਗੰਦੀ ਲੈਂਗੁਏਜ ਲੱਗੀ ਸਰ, ਜਿਹਦੇ ਕਰਕੇ ਮੈਂ ਉਸ ਚੀਜ਼ ਨੂੰ ਕਦੇ ਵੀ, ਕੋਈ ਵੀ ਪੰਜਾਬ ਦੀ ਕਿ ਦੁਨੀਆ ਦੀ ਬੇਟੀ ਕੋਈ ਵੀ ਇਸ ਚੀਜ਼ ਨੂੰ ਟੋਲਰੇਟ ਨਹੀਂ ਕਰੇਗੀ। ਠੀਕ ਹੈ, ਮੈਂ ਉਹਨੂੰ ਇੱਕੋ ਆਨਸਰ ਪੁੱਛਿਆ ਕਿ ਤੂੰ ਡੀਐਸਪੀ ਆ ਬਈ, ਤੂੰ ਐਸਐਸਪੀ ਹੋ, ਤੁਸੀਂ ਕੌਣ ਹੋ, ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ? ਤੇ ਕਹਿੰਦੇ ਦੇਖੋ ਤੁਹਾਨੂੰ ਆਉਣਾ ਪਏਗਾ। ਮੈਂ ਕਿਹਾ ਕੋਈ ਗੱਲ ਨਹੀਂ ਸਰ, ਤੁਹਾਡੇ ਐਮਐਲਏ ਸਾਹਿਬ ਹੈਗੇ, ਉਹਨਾਂ ਨੂੰ ਆਪਣੀ ਆਫਿਸ 'ਚ ਬੈਠਣ, ਮੈਂ ਆ ਰਹੀ ਹਾਂ 10 ਮਿੰਟ 'ਚ। ਸਰ ਜਦੋਂ ਮੈਂ ਇਹਦੇ ਆਫਿਸ ਗਈ, ਮੈਨੂੰ ਉਮੀਦ ਨਹੀਂ ਸੀ ਕਿ ਐਵੇਂ ਦਾ ਹੋਏਗਾ। ਮੈਨੂੰ ਇਹ ਸੀਗਾ, ਮੈਂ ਫੋਨ ਰਿਕਾਰਡਿੰਗ ਤੇ ਲਾ ਲਿਆ, ਮੈਨੂੰ ਐ ਸੀਗਾ ਕਿ ਆਮ ਆਦਮੀ ਪਾਰਟੀ ਵਧੀਆ ਕਰ ਰਹੇ ਨੇ, ਕਿ ਅਗਰ ਇਨ ਕੇਸ ਕੋਈ ਇਸ਼ੂ ਹੁੰਦਾ ਵੀ ਮੈਂ ਕਹੂੰਗੀ ਦੇਖੋ ਸਾਡੀ ਇੰਨੀ ਰਿਸਪੈਕਟ ਦੇ ਨਾਲ ਗੱਲ ਸੁਣੀ ਗਈ। ਮੈਨੂੰ ਪਤਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੁਝ ਅੱਗੇ ਜਵਾਬ ਆਏਗਾ। ਸਰ ਮੈਨੂੰ ਐਮਐਲਏ ਸਾਹਿਬ ਨੇ ਰੂਟਲੀ ਗੱਲ ਕੀਤੀ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਸਾਡੇ ਬੰਦੇ ਤਾਂ ਗਲਤ ਬੋਲਣਗੇ। ਸਰ ਮੇਰੇ ਕੋਲ ਰਿਕਾਰਡਿੰਗ 'ਚ ਵੀ ਤੁਸੀਂ ਸੁਣ ਵੀ ਰਹੇ ਹੋਵੋਗੇ। ਮੈਂ ਕਿਹਾ ਸਰ ਤੁਸੀਂ ਐਵੇਂ ਨਹੀਂ ਬੋਲ ਸਕਦੇ, ਵੀ ਤੁਸੀਂ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਅਪੋਲੋਜਾਈਜ਼ ਕਰਵਾਓ, ਸੌਰੀ ਫੀਲ ਕਰਨ, ਮੈਂ ਵੀ ਤੁਹਾਡੀ ਬੇਟੀਆਂ ਵਰਗੀ ਹੈ। ਲੇਕਿਨ ਸਰ ਉਹਨਾਂ ਵੱਲੋਂ ਬਿਲਕੁਲ ਰੂਟ ਵਿਵਹਾਰ ਕੀਤਾ ਗਿਆ ਮੇਰੇ ਨਾਲ। ਤੇ ਸੈਕਿੰਡ ਸਰ ਇਹਨਾਂ ਨੇ ਫਿਰ ਫੋਨ ਕੀਤਾ ਐਸਐਚਓ ਦਰਾਹਾ ਨੂੰ, ਕਹਿੰਦੇ ਇਹਨਾਂ ਦੇ ਆਫਿਸ ਜਾਓ, ਸਾਰੇ ਡਾਕੂਮੈਂਟ ਚੈੱਕ ਕਰੋ ਤੇ ਲੋਕ ਲਾ ਦਿਓ। ਸਰ ਜਦੋਂ ਉੱਥੋਂ ਮੈਂ ਬਾਹਰ ਆਈ 10-15 ਮਿੰਟ ਬਾਅਦ, ਸਰ ਜਦੋਂ ਮੈਂ ਪਹੁੰਚੀ ਆਫਿਸ, ਸਰ ਦੁਰਾਹੇ ਦੀ ਸਾਰੀ ਪੁਲਿਸ ਮੇਰੇ ਆਫਿਸ ਸੀ। ਸਰ ਤੁਸੀਂ ਦੱਸੋ ਇਹ ਚੀਜ਼ਾਂ ਸਹੀ ਨੇ? ਸਰ ਜਦੋਂ ਉਹਨਾਂ ਨੇ ਸਾਰੇ ਡਾਕੂਮੈਂਟ, ਸਾਡੇ ਲਾਇਸੈਂਸ ਵਗੈਰਾ ਚੈੱਕ ਕਰ ਲਏ ਸਰ, ਫਿਰ ਉਹ ਵਾਪਸ ਚਲੇ ਗਏ ਜੀ। ਉਸਨੇ ਫਿਰ ਧਮਕਾਇਆ ਤਾਂ ਨਹੀਂ ਕੁਝ? ਸਰ ਉਹਨਾਂ ਨੇ ਕਿਹਾ ਕਿ ਤੁਹਾਡੀ ਕੰਪਲੇਂਟ ਆ ਇਹ ਹੈ। ਮੈਂ ਕਿਹਾ ਸਰ ਮੇਰੀ ਗੱਲ ਸੁਣ ਲਓ ਜੀ, ਮੇਰੇ ਕੋਲ ਸਾਰੇ ਐਵੀਡੈਂਸ ਨੇ, ਕੋਈ ਕੰਪਲੇਂਟ ਨਹੀਂ ਹੈ, ਕੋਈ ਕੁਝ ਨਹੀਂ ਹੈਗਾ, ਤੁਹਾਨੂੰ ਐਮਐਲਏ ਸਾਹਿਬ ਨੇ ਭੇਜਿਆ ਹੋਇਆ, ਉਹਨਾਂ ਦੇ ਕਹਿਣ ਤੇ ਤੁਸੀਂ ਆਏ ਹੋਏ ਹੋ, ਤੁਸੀਂ ਰੁਕ ਜਾਓ ਵੀ ਬਾਕੀ ਮੈਂ ਸਾਰੀ ਪਬਲਿਕ ਨੂੰ ਬੁਲਾਉਣੀ ਆ, ਵੀ ਤੁਸੀਂ ਵਾਰੰਟ ਲੈਟਰ ਦਿਖਾਓ ਮੇਰਾ, ਕਿ ਤੁਸੀਂ ਆਇਓ, ਕਿਸ ਅਥਾਰਟੀ ਲੈਟਰ ਦੇ ਦਿਓ ਮੈਨੂੰ, ਤੁਸੀਂ ਚੈੱਕ ਨਹੀਂ ਕਰ ਸਕਦੇ, ਰੂਟੀਨ ਚੈਕਿੰਗ ਨਹੀਂ ਹੈਗੀ ਇਹ। ਸਰ ਫਿਰ ਉਹਨਾਂ ਨੇ ਜਦੋਂ ਕੁਝ ਨਹੀਂ ਸੀ ਸਰ, ਕਿਉਂਕਿ ਐਮਐਲਏ ਸਾਹਿਬ ਦੇ ਪ੍ਰੈਸ਼ਰ 'ਚ ਆ ਕੇ ਉਹਨਾਂ ਨੇ ਕੀਤਾ ਏ ਜੀ। ਸਰ ਫਿਰ ਜਦੋਂ ਮੈਂ ਵਾਰੰਟ ਲੈਟਰ ਮੰਗਿਆ, ਫਿਰ ਉਹਨਾਂ ਨੇ ਮਨਾ ਕਰਤਾ, ਕਹਿੰਦੇ 2 ਮਿੰਟ 'ਚ ਸਾਰੀ ਪੁਲਿਸ ਬਾਹਰ ਆ ਜਾਓ ਜੀ। ਸਰ ਫਿਰ ਉਹ ਜਦ ਹੀ ਚਲੇ ਗਏ ਨੇ। ਤੇ ਜਿਹੜੀ ਤੁਹਾਡੀ ਗੱਲ ਇੱਕ ਆ ਰਹੀ ਸੀਗੀ ਕਿ ਉਹਨਾਂ ਦੇ ਕਿਸੇ ਬੰਦੇ ਰਾਹੀਂ ਕੋਈ ਫੰਡ ਦੀ ਮੰਗ ਕੀਤੀ ਗਈ, ਉਹ ਗੱਲ ਕਦੋਂ ਸਟਾਰਟ ਹੋਈ ਤੇ ਕਿੱਥੇ ਜਾ ਕੇ ਖਤਮ ਸਰ ਹੋਈ? ਉਹ ਗੱਲ ਜਦੋਂ ਫੈਮਿਲੀ ਦੇ ਨਾਲ ਗੱਲ ਹੋਣ ਤੋਂ ਬਾਅਦ ਉਹ ਸਾਡੇ ਕੋਲ ਅੱਧਾ ਪੌਣਾ ਘੰਟਾ ਬੈਠ ਕੇ ਗਏ ਨੇ ਸਰ। ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਪਾਰਟੀ ਫੰਡ ਦਿਓ, ਵੀ ਤੁਹਾਡੀਆਂ ਕੰਪਲੇਂਟਸ ਥੋੜੀ ਬਹੁਤੀ ਇਮੀਗ੍ਰੇਸ਼ਨ ਵਾਲਿਆਂ ਦੀ ਆਉਂਦੀਆਂ ਰਹਿੰਦੀਆਂ ਨੇ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਸੇ ਪੁਲਿਸ ਤੋਂ ਕਿਸੇ ਤੋਂ ਨਹੀਂ, ਤੁਹਾਡੇ ਵੱਲ ਕੋਈ ਅੱਖ ਵੀ ਨਹੀਂ ਚੱਕੇਗਾ। ਜਿਹੜੇ ਬੰਦੇ ਤੁਹਾਡੇ ਕਲਾਇੰਟ ਦੇ ਨਾਲ ਆਏ ਸੀ ਤੁਹਾਡੇ ਨਾਲ ਕੰਪਰੋਮਾਈਜ਼ ਕਰਨ, ਉਹਨਾਂ ਬੰਦਿਆਂ ਨੇ ਇਹ ਗੱਲ ਕਹੀ? ਉਹਨਾਂ ਬੰਦਿਆਂ ਨੇ ਕਿਹਾ ਕਿ ਸਾਨੂੰ ਐਮਐਲਏ ਸਾਹਿਬ ਵੱਲੋਂ ਭੇਜਿਆ ਗਿਆ ਹੈ ਜੀ। ਜੀ ਇਹ ਗੱਲ ਤਾਂ ਤੁਹਾਡੇ ਕੋਲ ਕੋਈ ਰਿਕਾਰਡਿੰਗ ਜਾਂ ਕੁਝ ਹੈ ਜਿਹੜੀ ਇਹ ਗੱਲਬਾਤ ਤੁਹਾਡੀ ਹੋਈ ਹੈ ਪੈਸੇ ਤੇ ਮੰਗਣ ਦੀ? ਉਹ ਮੇਰੇ ਆਫਿਸ ਬੈਠੇ ਨੇ, ਮੇਰੇ ਕੋਲ ਹੈ, ਕਿਉਂਕਿ ਅਗਰ ਫੈਮਿਲੀ ਨਾਲ ਜਦੋਂ ਗੱਲ ਖਤਮ ਹੋ ਗਈ ਸੀ, ਉਹਨਾਂ ਦਾ ਅੱਧਾ ਘੰਟਾ 1.5 ਘੰਟਾ ਬੈਠਣ ਦਾ ਕੀ ਮਤਲਬ ਸੀ? ਸੈਕਿੰਡ ਚਲੋ ਇਹ ਵੀ ਆਪਾਂ ਤੁਸੀਂ ਕਹਿੰਦੇ ਪ੍ਰੂਫ ਨਹੀਂ ਹੈ, ਕਿਉਂਕਿ ਮੈਂ ਰਿਕਾਰਡਿੰਗ ਤੇ ਤਾਂ ਫੋਨ ਲਾਇਆ ਨਹੀਂ ਸੀਗਾ, ਹੈ ਨਾ, ਮੈਨੂੰ ਥੋੜੀ ਪਤਾ ਸੀ ਐਵੇਂ ਦੀ ਗੱਲ ਹੋਣੀ ਹੈ। ਅਗਰ ਜਦੋਂ ਸਾਡਾ ਕੰਪਰਮਾਈਜ਼ ਇਹਨਾਂ ਦੇ ਬੰਦਿਆਂ ਦੇ ਵਿੱਚ ਵੀ ਹੋ ਗਿਆ, ਸਾਡਾ ਸਰ ਹੈ ਨਾ ਪੁਲਿਸ ਸਟੇਸ਼ਨ 'ਚ ਵੀ ਹੋ ਗਿਆ, ਫਿਰ ਐਮਐਲਏ ਸਾਹਿਬ ਦਾ ਬੁਲਾਉਣ ਦਾ ਰਾਈਟ ਹੀ ਇਹ ਸੀ, ਫਿਰ ਤਾਂ ਸਿੱਧਾ ਸਪਸ਼ਟ ਹੁੰਦਾ। ਸਰ ਕਿਵੇਂ ਕਹਿ ਸਕਦੇ ਹੋ ਕਿ ਨਹੀਂ ਸਪਸ਼ਟ ਹੁੰਦਾ ਜੀ? ਐਮਐਲਏ ਸਾਹਿਬ ਨੇ ਵੀ ਉੱਥੇ ਗਿਆਨ ਨੂੰ ਤੁਹਾਨੂੰ ਕੋਈ ਸਿੱਧਾ ਜਾਂ ਸਿੱਧੇ ਤੌਰ ਤੇ ਇਸ਼ਾਰਾ ਦਿੱਤਾ ਵੀ ਸਾਨੂੰ ਫੰਡਿੰਗ ਦਿਓ? ਸਰ ਫੰਡਿੰਗ ਦਾ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਆਫਿਸ ਨੂੰ ਲੋਕ ਲਾ ਦਿਓ, ਇਟ ਮੀਨ ਇਹੀ ਸੀ ਕਿ ਸਾਡੀ ਫਰੋਤੀ ਤੁਸੀਂ ਨਹੀਂ ਦੇ ਰਹੇ ਹੋ, ਸਾਡਾ ਪਾਰਟੀ ਫੰਡ ਨਹੀਂ ਮਿਲ ਰਿਹਾ, ਇਹੀ ਮਤਲਬ ਸੀ, ਹੋਰ ਤਾਂ ਕੋਈ ਮਤਲਬ ਹੀ ਨਹੀਂ ਇਸ ਬਣਦਾ। ਤੋਂ ਪਹਿਲਾਂ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਮਨਾ ਕਰ ਚੁੱਕੇ ਸੀ? ਸਰ ਮੈਂ ਸਾਫ਼ ਕਹਿਤਾ ਸੀ, ਦੇਖੋ ਜੀ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਸਾਡਾ ਕੰਮ ਸਾਫ਼ ਸੁਥਰਾ, ਅਸੀਂ ਤਾਂ ਆਪਣੇ ਕੋਲੋਂ ਪੇਮੈਂਟ ਲਾਉਂਦੇ ਹਾਂ ਜੀ, ਅਸੀਂ ਕੋਈ ਪਾਰਟੀ ਫੰਡ ਨਹੀਂ ਦੇਵਾਂਗੇ, ਨਾ ਹੀ ਸਾਡਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਹੈ ਜੀ। ਤੇ ਜਿਹੜੇ ਤੁਹਾਡੇ ਕੋਲ ਬੱਚੇ ਪੜ੍ਹਦੇ ਨੇ ਉਹ ਲੜਕੀਆਂ ਨੇ ਲੜਕੇ ਨੇ ਜਾਂ ਹੋਰ ਵੀ ਕਿਸ ਤਰ੍ਹਾਂ ਦਾ ਕੋਈ ਗੱਲਬਾਤ ਹੋਈ? ਸਰ ਕੋਈ ਇਸ਼ੂ ਨਹੀਂ ਆਇਆ ਸਰ, ਸਗੋਂ ਮੈਂ ਤਾਂ ਜਿਹੜੇ ਗਰੀਬ ਬੱਚੇ ਨੇ ਮੈਂ ਤਾਂ ਉਹਨਾਂ ਨੂੰ ਫ੍ਰੀ 'ਚ ਵੀ ਹੈ ਨਾ ਕੋਚਿੰਗ ਦੇ ਰਹੀ ਹਾਂ, ਐਵੇਂ ਦਾ ਕੋਈ ਇਸ਼ੂ ਹੀ ਨਹੀਂ ਆਇਆ ਅੱਜ ਤੱਕ, ਕਦੀ ਕੋਈ ਇਸ਼ੂ ਨਹੀਂ ਆਇਆ। ਮੈਂ ਤਾਂ ਸਰ ਗਿਆਸਪੁਰਾ ਜੀ ਨੂੰ ਕਦੀ ਮਿਲੀ ਵੀ ਨਹੀਂ ਬਾਈ ਫੇਸ, ਉਸ ਦਿਨ ਹੀ ਮਿਲੀਆਂ ਜਿਸ ਦਿਨ ਇਹਦੇ ਆਫਿਸ ਗਈਆਂ
ਤੇ ਜਿਹੜੀ ਕੋਈ ਗੱਲ ਆ ਰਹੀ ਸੀ ਇਸ ਤਰ੍ਹਾਂ ਦੀ ਵੀ ਉਹ ਕਹਿੰਦੇ ਸੀ ਵੀ ਉੱਥੇ ਕੁੜੀਆਂ ਨੂੰ ਤੁਸੀਂ ਰੱਖਿਆ ਹੋਇਆ, ਮੁੰਡੇ ਕਿਉਂ ਨਹੀਂ ਰੱਖਦੇ, ਉਹ ਗੱਲ ਕਿਵੇਂ ਹਾਂਜੀ ਸਰ, ਉਹ ਜਦੋਂ ਮੈਂ ਇਹਦੇ ਆਫਿਸ ਗਈ ਆ ਉਸ ਟਾਈਮ ਇਹਨਾਂ ਨੇ ਉਸ ਰਿਕਾਰਡਿੰਗ 'ਚ ਵੀ ਹੈ, ਇਹ ਕਹਿੰਦੇ ਤੁਸੀਂ ਕੁੜੀਆਂ ਕਿਉਂ ਰੱਖੀਆਂ ਹੋਈਆਂ, ਤੁਸੀਂ ਮੁੰਡੇ ਰੱਖੋ। ਸਰ ਜੈਂਡਰ ਮੈਟਰ ਹੈ, ਅਗਰ ਫਿਰ ਸਾਡੀਆਂ ਵੋਟਾਂ ਵੀ ਨਾ ਲੈਣ ਫਿਰ ਸਾਡੀ ਵੋਟਾਂ ਕਿਉਂ ਲੈ ਰਹੇ ਹੋ? ਫਿਰ ਵੀ ਅਸੀਂ ਉਸ ਟਾਈਮ ਵੀ ਕੁੜੀਆਂ ਹੁੰਦੀਆਂ, ਉਸ ਟਾਈਮ ਅਸੀਂ ਮੁੰਡੇ ਤਾਂ ਹੁੰਦੇ ਹੀ ਨਹੀਂ ਹੈ। ਇਟ ਮੀਨ ਸਰ ਇਹਨਾਂ ਦਾ ਇਹ ਮੋਟਿਵ ਹੈ ਕਿ ਕੁੜੀਆਂ ਨੂੰ ਘਰੇ ਬਿਠਾਓ, ਇਹ ਸਾਡੇ ਪ੍ਰੈਸ਼ਰਾਈਜ਼ ਰਹਿਣ, ਜੋ ਅਸੀਂ ਕਹੀਏ ਸਾਡੇ ਅੰਡਰ ਹੀ ਚੱਲਣ, ਸਾਨੂੰ ਕੋਈ ਕੁਐਸਚਨ ਪੁੱਟ ਕਰਨ ਵਾਲਾ ਪੈਦਾ ਹੀ ਨਾ ਹੋਵੇ। ਤੇ ਜਿਹੜਾ ਕੁੜੀਆਂ ਵਾਲੀ ਗੱਲ ਕਹੀ ਉਹਦਾ ਭਾਵ ਕੀ ਹੋਊਗਾ, ਕੀ ਉਹਨਾਂ ਐਮਐਲਏ ਨੇ ਕੀ ਸੋਚ ਕੇ ਕਿਹਾ ਵੀ ਤੁਸੀਂ ਉੱਥੇ ਕੁੜੀਆਂ ਕਾਹਦੇ ਰੱਖੀਆਂ? ਸਰ ਦੇਖੋ, ਇਹਦਾ ਮਤਲਬ ਤਾਂ ਸਿੱਧਾ ਗਲਤ ਹੀ ਹੈ ਕਿ ਅਸੀਂ ਰਾਜ ਕਰੀਏ ਸਿਰਫ, ਹੈ ਨਾ, ਵੀ ਸਾਨੂੰ ਰਾਈਟ ਨੇ, ਹੈ ਨਾ, ਗਰਲਸ ਨੂੰ ਤਾਂ ਰਾਈਟ ਹੀ ਨਹੀਂ ਹੈ, ਸਿਰਫ ਬੰਦੇ ਹੀ ਅਸੀਂ ਰਾਜ ਕਰਾਂਗੇ, ਅਸੀਂ ਇਹਨਾਂ ਤੇ ਰੋਹ ਮਾਰਾਂਗੇ ਜੀ। ਤੇ ਜਦੋਂ ਤੁਸੀਂ ਐਮਐਲਏ ਦਫ਼ਤਰ ਦੇ ਵਿੱਚੋਂ ਨਾ ਕਹਿ ਕੇ ਆ ਗਏ ਆ ਤੇ ਉੱਥੇ ਫਿਰ ਦੁਬਾਰਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ? ਸਰ ਉਸ ਤੋਂ ਬਾਅਦ ਮੈਂ ਗਈ ਹਾਂ ਪੁਲਿਸ ਸਟੇਸ਼ਨ ਆਪਣੇ ਪਾਇਲ। ਸਰ ਇਹਨਾਂ ਦੇ ਆਫਿਸ ਮੂਹਰੇ ਇੱਕ ਥਾਰ ਖੜੀ ਸੀ, ਉਹਦੇ 'ਚ ਮੁੰਡੇ ਬੈਠੇ ਸੀ। ਸਰ ਉਹ ਮੇਰੇ ਪਿੱਛੇ ਆਏ ਤੇ ਸਰ ਉਹ ਮੇਰੀ ਗੱਡੀ ਦੇ ਆਲੇ ਦੁਆਲੇ ਗੱਡੀ ਘੁਮਾਉਂਦੇ ਰਹੇ। ਤੁਸੀਂ ਉੱਥੋਂ ਦੀ ਵੀਡੀਓਜ਼ ਵੀ ਉਸ ਦਿਨ ਦੀਆਂ 9 ਤਰੀਕ ਦੀਆਂ ਕਢਵਾ ਕੇ ਦੇਖੋ, ਥਾਣੇ ਮੂਹਰੇ ਦੀਆਂ ਕਢਵਾ ਕੇ ਦੇਖੋ ਸਰ। ਫਿਰ ਮੈਂ ਡਰਦੀ ਨਾ ਸਰ ਉੱਥੇ ਕੰਪਲੇਂਟ ਨਹੀਂ ਕਰਾਈ, ਫਿਰ ਸਿੱਧਾ ਮੈਨੂੰ ਡੀਜੀਪੀ ਸਾਹਿਬ ਕੋਲ ਜਾਣਾ ਪਿਆ। ਡੀਜੀਪੀ ਪੰਜਾਬ ਕੋਲ, ਉਹਨਾਂ ਕੋਲ ਕੰਪਲੇਂਟ ਦਰਜ ਸਰ ਹਾਂਜੀ, ਕੰਪਲੇਂਟ ਦਰਜ ਕਰਾ ਚੁੱਕੀ ਹੈ, ਆਨਲਾਈਨ ਹੋ ਚੁੱਕੀ ਹੈ। ਉਹਨਾਂ ਨੇ ਐਸਐਸਪੀ ਖੰਨਾ ਨੂੰ ਮਾਰ ਕੇ ਜੀ, ਸਾਰੇ ਇੱਕ ਐਵੀਡੈਂਸ ਹੈ ਜੀ, ਤੇ ਉਹ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਮਾਰਕ ਕਰ ਚੁੱਕੇ ਨੇ। ਹਜੇ ਤੱਕ ਪੈਂਡਿੰਗ ਸਟੇਟਸ ਸ਼ੋ ਹੋ ਰਿਹਾ ਹੈ। ਇਹ ਤੁਸੀਂ ਜਿਵੇਂ ਕਿ ਆਪਣਾ ਰਾਜਨੀਤਿਕ ਤੌਰ ਤੇ ਹਰ ਦਾ ਹੱਕ ਬਣਦਾ ਵੀ ਆਪਣੇ ਨੁਮਾਇੰਦਿਆਂ ਤੱਕ ਜੇ ਕੋਈ ਤਕਲੀਫ ਹੈ ਤਾਂ ਆਪਾਂ ਗੱਲ ਕਰੀਏ, ਕੋਈ ਭਗਵੰਤ ਸਿੰਘ ਮਾਨ ਕੋਲ ਜਾਂ ਇਹਨਾਂ ਦੇ ਕਿਸੇ ਮੰਤਰੀ ਕੋਲ ਜਾਂ ਕਿਸੇ ਸਰਕਾਰ ਦੇ ਪਬਲਿਕ ਦੇ ਨੁਮਾਇੰਦੇ ਕੋਲ ਕਿਸੇ ਕੋ ਪਹੁੰਚ ਕੀਤੀ ਵੀ ਮੇਰੇ ਨਾਲ ਆਹ ਘਟਨਾ ਵਾਪਰ ਰਹੀ? ਜੀ ਸਰ ਬਿਲਕੁਲ ਸਰ, ਪਹਿਲਾਂ ਤਾਂ ਮੈਂ ਭਗਵੰਤ ਮਾਨ ਜੀ ਦੇ, ਹੈ ਨਾ, ਇਹਨਾਂ ਦੀ ਈਮੇਲ ਤੇ ਮੈਂ ਆਪਣੀ ਕੰਪਲੇਂਟ, ਰਿਟਨ ਕੰਪਲੇਂਟ ਸਰ ਮੇਲ ਕੀਤੀ। ਉਹਨਾਂ ਦਾ ਰਿਵਰਟ ਆਇਆ ਕਿ ਤੁਸੀਂ ਡੀਜੀਪੀ ਨੂੰ ਕਰੋ। ਸਰ ਇਹਦੇ ਪਰਸਨਲ ਨੰਬਰ ਤੇ ਵਿਦ ਰਿਕਾਰਡਿੰਗ ਵਿਦ, ਹੈ ਨਾ, ਕੰਪਲੇਂਟ PDF ਲਾ ਕੇ ਸਰ ਉਹ ਕਰੀ, ਮੈਨੂੰ ਹੁਣ ਤੱਕ ਕੋਈ ਰਿਵਰਟ ਨਹੀਂ ਆਇਆ ਜੀ। ਤੇ ਤੁਹਾਡੇ ਨਾਲ ਕਿਸੇ ਨੇ ਸਰਕਾਰੀ ਨੁਮਾਇੰਦੇ ਨੇ, ਕੋਈ ਐਸਐਸਪੀ ਡੀਸੀ ਨੇ ਜਾਂ ਕਿਸੇ ਅਧਿਕਾਰੀ ਨੇ ਕੋਈ ਸੰਪਰਕ ਕੀਤਾ? ਕਿਸੇ ਨੇ ਨਹੀਂ ਕਰਿਆ ਜੀ। ਮੇਰੀਆਂ ਕਾਨਫਰੰਸਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ। ਕਾਨਫਰੰਸਾਂ ਸਰ ਜਿਹੜੀਆਂ ਮੇਰੀਆਂ ਮੀਡੀਆ ਨਾਲ ਕਰੀਆਂ ਗਈਆਂ, ਉਹਨਾਂ ਨੂੰ ਕਵਰ ਅਪ ਕਰਨ ਤੋਂ ਬਾਅਦ ਵੀ ਸਰ ਉਹ ਚਲਾਈਆਂ ਨਹੀਂ ਗਈਆਂ। ਉਸ ਤੋਂ ਬਾਅਦ ਸਰ ਮੇਰਾ ਐਡਵੋਕੇਟ ਤੱਕ ਡਰਾ ਦਿੱਤਾ ਗਿਆ। ਐਡਵੋਕੇਟ ਸਾਹਿਬ ਮੇਰਾ ਫੋਨ ਨਹੀਂ ਚੱਕਦੇ। ਸਰ ਇਸ ਤੋਂ ਵੱਧ ਮੈਨੂੰ ਦੱਸੋ ਗੁੰਡਾ ਰਾਜ ਕੀ ਹੋ ਸਕਦਾ? ਪਹਿਲੀ ਗੱਲ ਤਾਂ ਸਰ ਮੇਰਾ ਮੇਨ ਮੁੱਦਾ ਇਹ ਨਹੀਂ ਹੈਗਾ, ਮੇਰਾ ਐਮਐਲਏ ਨਾਲ ਕੋਈ ਮੇਰੀ ਲੜਾਈ ਨਹੀਂ ਹੈ। ਮੈਨੂੰ ਇਹ ਪੁੱਛਣਾ ਚਾਹੁੰਦੀ ਹਾਂ ਐਮਐਲਏ ਸਾਹਿਬ ਨੂੰ ਵੀ ਇਹ ਡੈਮੋਕ੍ਰੇਸੀ ਹੈ? ਇਹ ਤੁਹਾਨੂੰ ਐਪਲੀਕੇਸ਼ਨ ਦਾ ਰਾਈਟ ਹੈਗਾ, ਸਾਡੇ ਜੱਜ ਸਾਹਿਬ ਨੂੰ ਹੈਗਾ, ਇਹ ਸਾਡੇ ਕੋਰਟ ਨੂੰ ਹੈਗਾ, ਇਹ ਪੁਲਿਸ ਸਟੇਸ਼ਨ ਨੂੰ ਹੈਗਾ। ਇਹ ਕਿਹੜਾ ਗੁੰਡਾ ਰਾਜ ਹੈ ਸਰ? ਇਹ ਤੁਸੀਂ ਨਿਆਂਪਾਲਿਕਾ ਨੂੰ ਆਪਣੇ ਹੱਥ 'ਚ ਲੈ ਰਹੇ ਹੋ ਸਰ। ਨਿਆਂਪਾਲਿਕਾ ਨੂੰ ਅਲੱਗ ਕੰਮ ਕਰਨ ਦਿਓ, ਕਾਰਜਪਾਲਿਕਾ ਦਾ ਕੰਮ ਅਲੱਗ ਹੈ। ਇਹ ਕਾਰਜਪਾਲਿਕਾ ਦੇ ਅੰਡਰ ਆਉਂਦੇ ਨੇ, ਆਪਣਾ ਕੰਮ ਕਰਨ। ਇਹ ਨਿਆਂਪਾਲਿਕਾ ਨੂੰ ਆਪਣੇ ਹੱਥ 'ਚ ਕਿਉਂ ਲੈ ਰਹੇ ਨੇ ਸਰ? ਮੇਨ ਮੁੱਦਾ ਇਹ ਹੈ ਸਰ। ਮੈਨੂੰ ਜਿਹੜੇ ਬੰਦਿਆਂ ਨੇ ਤੁਹਾਡੇ ਨਾਲ ਆਣ ਕੇ ਸੁਲਾਹ ਮਾਰੀ ਸੀ ਵੀ ਸਾਨੂੰ ਫੰਡ ਦਿਓ ਤੇ ਫਿਰ ਤੁਸੀਂ ਜੋ ਮਰਜ਼ੀ ਕਰੋ, ਕੋਈ ਗੱਲ ਨਹੀਂ, ਤੇ ਉਹ ਬੰਦਿਆਂ ਦੇ ਤੁਹਾਨੂੰ ਕੋਈ ਨਾਂ ਚਿਹਰੇ ਯਾਦ ਹੈ? ਕੁਝ ਤੁਹਾਡੇ ਕੋਲ ਕੋਈ ਤਸਵੀਰ ਵਗੈਰਾ? ਸਰ ਪਿਕਸ ਹੈਗੀਆਂ ਨੇ ਜਿਹੜੀਆਂ ਕੈਮਰਾ 'ਚ ਸਾਡੇ ਆਫਿਸ ਬੈਠਿਆਂ ਦੀ ਹੈਗੀਆਂ ਨੇ। ਮੈਨੂੰ ਸਰ ਮੈਂ ਉਹਨਾਂ ਨੂੰ ਨਹੀਂ ਜਾਣਦੀ, ਕਿਉਂਕਿ ਸਰ ਸਾਡਾ ਕੋਈ ਮੋਟਿਵ ਹੀ ਨਹੀਂ, ਅਸੀਂ ਤਾਂ ਆਪਣਾ ਸਿੰਪਲੀ ਕੰਮ ਕਰ ਰਹੇ ਹਾਂ। ਸਾਨੂੰ ਹੋਰ ਪੋਲੀਟੀਕਲ ਇਸ਼ੂ ਤਾਂ ਅਸੀਂ ਉਹ ਚੀਜ਼ਾਂ ਤੋਂ ਕੀ ਲੈਣਾ ਸਰ? ਸਾਡਾ ਉਹਨਾਂ ਕੋਈ ਲੈਣਾ ਦੇਣਾ ਨਹੀਂ। ਕੋਈ ਇਦਾਂ ਦਾ ਤਾਂ ਨਹੀਂ ਹੈਗਾ ਵੀ ਤੁਸੀਂ ਜਿਹੜੇ ਲੋਕਲ ਵਿਧਾਇਕ ਆ ਉਹਨੂੰ ਕੋਈ ਬਦਨਾਮ ਕਰਨ ਲਈ ਕਿਤੇ ਪੋਲੀਟੀਕਲ ਤੌਰ ਤੇ ਕਿਸੇ ਦੀ ਸ਼ੈ ਉੱਤੇ ਤੇ ਨਹੀਂ ਇਦਾਂ ਦੀ ਗੱਲ ਕਰ ਰਹੇ? ਸਰ ਮੈਂ ਇੱਕ ਕੁੜੀ ਹਾਂ ਜੀ, ਠੀਕ ਹੈ, ਮੈਂ ਗਲਤ ਕੰਮ ਕਿਉਂ ਕਰੂੰਗੀ? ਪਹਿਲੀ ਗੱਲ ਤਾਂ ਮੈਂ ਗਿਆਸਪੁਰਾ ਜੀ ਨੂੰ ਕਦੇ ਮਿਲੀ ਹੋਈ ਨਹੀਂ, ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਸਰ। ਅਸੀਂ ਤਾਂ ਇਹਨਾਂ ਦੇ ਸਪੋਰਟਰ ਹਾਂ। ਪਾਰਟੀਬਾਜੀ ਦਾ ਚੱਕਰ? ਸਰ ਕਿਸੇ ਪਾਰਟੀ ਨਾਲ ਮੇਰਾ ਕੋਈ ਲਿੰਕ ਨਹੀਂ ਹੈ। ਮੈਨੂੰ ਕਿਸੇ ਨਾਲ ਮੈਨੂੰ ਅਪਰੋਚ ਕੀਤੀ ਹੈ ਸਰ, ਸਾਰਿਆਂ ਨੇ ਕਰੀ ਹੈ, ਜਿੰਨੀ ਵੀ ਪਾਰਟੀਆਂ ਦੇ ਨੇ। ਮੈਂ ਉਹਨਾਂ ਨੂੰ ਇੱਕੋ ਚੀਜ਼ ਕਹੀ ਵੀ ਦੇਖੋ ਸਰ ਇਹ ਮੇਰਾ ਮੁੱਦਾ ਹੈ ਜੀ, ਕੋਈ ਪੋਲੀਟੀਕਲ ਇਸ਼ੂ ਨਹੀਂ ਹੈਗਾ, ਸੋ ਮੈਨੂੰ ਤੁਹਾਡੀ ਕਿਸੇ ਹੈਲਪ ਦੀ ਲੋੜ ਨਹੀਂ ਹੈਗੀ। ਮੈਨੂੰ ਆਪਣੀ ਮੀਡੀਆ ਤੇ ਦੂਜੀ ਪਾਰਟੀਆਂ ਵਾਲੇ ਤੁਹਾਨੂੰ ਪੁੱਛ ਰਹੇ ਵੀ ਲੋੜ ਹੈ ਤਾਂ ਆਈਏ? ਹਾਂਜੀ ਹਾਂਜੀ, ਸਾਰੇ ਪੁੱਛ ਰਹੇ ਨੇ ਜੀ, ਸਾਰੇ ਮੈਨੂੰ ਅਪਰੋਚ ਕਰ ਰਹੇ ਨੇ, ਪਰ ਮੈਂ ਕਹਿੰਦਾ ਦੇਖੋ ਨਹੀਂ, ਪੋਲੀਟੀਕਲ ਇਸ਼ੂ ਨਹੀਂ ਬਣਾਉਣਾ ਚਾਹੁੰਦੀ ਮੈਂ, ਸਿਰਫ ਮੈਨੂੰ ਇਨਸਾਫ ਚਾਹੀਦਾ ਹੈ। ਕੀ ਇਨਸਾਫ ਤੁਸੀਂ ਮੰਗਦੇ? ਹੁਣ ਭਗਵੰਤ ਸਿੰਘ ਮਾਨ ਨੂੰ ਜੇ ਅਪੀਲ ਕਰਨੀ ਹੋਵੇ ਮੀਡੀਆ ਰਾਹੀਂ ਤਾਂ ਕੀ ਅਪੀਲ ਕਰਦੇ ਹੋ? ਸਰ ਮੈਂ ਇਹੀ ਚਾਹੂੰਗੀ ਕਿ ਨਿਆਂਪਾਲਿਕਾ ਨਾ, ਆਪਣੇ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਿਆ ਜਾਵੇ ਸਰ। ਜੋ ਵੀ ਲੋਕਾਂ ਦੇ ਫੈਸਲੇ ਨੇ ਜਿਹੜੇ ਸਰ ਅਕੋਰਡਿੰਗ ਟੂ ਰੂਲ ਚੱਲਿਆ ਜਾਵੇ, ਆਮ ਆਦਮੀ ਨੂੰ ਆਮ ਆਦਮੀ ਹੀ ਰਹਿਣ ਦਿੱਤਾ ਜਾਵੇ, ਉਹਨਾਂ ਤੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੋਂ ਫਰੋਤੀਆਂ ਨਾ ਲਈਆਂ ਜਾਣ ਜੀ। ਇਹ ਤੁਹਾਨੂੰ ਇਸ ਗੱਲ ਸ਼ੋਰ ਹੈ ਵੀ ਤੁਹਾਡੇ ਤੋਂ ਪੈਸੇ ਦੀ ਜਿਹੜੀ ਮੰਗ ਕੀਤੀ ਗਈ ਆ ਇਹ ਵਿੱਚ ਐਮਐਲਏ ਸਾਹਿਬ ਦੀ ਮਨਸ਼ਾ ਸੀਗੀ ਕਿ ਜਾਂ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਆਪਣੀ? ਸਰ ਐਮਐਲਏ ਸਾਹਿਬ ਦੀ ਸੀ, ਕਿਉਂਕਿ ਐਮਐਲਏ ਸਾਹਿਬ ਨੂੰ ਜੇ ਮੈਂ ਸਾਰੀ ਗੱਲ ਦੱਸੀ, ਉਹ ਫਿਰ ਵੀ ਮੈਨੂੰ ਉਹਨਾਂ ਨੇ ਕਿਹਾ ਕਿ ਹੁਣ ਸਰ ਸਿਰਫ ਮੇਨ ਮੁੱਦਾ ਐਮਐਲਏ ਸਾਹਿਬ ਦਾ ਏ। ਐਮਐਲਏ ਸਾਹਿਬ ਸਿੱਧਾ ਕਹਿ ਰਹੇ ਨੇ ਪਬਲਿਕਲੀ, ਉੱਥੇ 150 ਬੰਦਾ ਬੈਠਾ ਸੀ ਜੀ, ਸਾਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਬੰਦੇ ਇਦਾਂ ਹੀ ਗਲਤ ਕਰਨਗੇ, ਜਿੱਥੇ ਮਰਜ਼ੀ ਰਿਟਨ ਕੰਪਲੇਂਟ ਕਰਾ, ਜੋ ਕਰਵਾਉਣਾ ਕਰਵਾ ਲੈ। ਸਰ ਫਿਰ ਇਹਦਾ ਕੀ ਮਤਲਬ? ਐਮਐਲਏ ਸਾਹਿਬ ਨੇ ਭੇਜੇ ਸੀ, ਸ਼ੋਰ ਹੈ ਜੀ ਮੈਡਮ। ਜਿਵੇਂ ਤੁਸੀਂ ਉਹਦੇ ਦਫ਼ਤਰ ਗਏ ਆ, ਇਸ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ, ਇਸ ਤੋਂ ਬਿਨਾਂ ਵੀ ਐਮਐਲਏ ਸਾਹਿਬ ਨੇ ਕੋਈ ਹੋਰ ਤੁਹਾਡੇ ਨਾਲ ਦੁਰਵਿਵਹਾਰ ਕੀਤਾ? ਸਰ ਇਸ ਤੋਂ ਵੱਡਾ ਦੁਰਵਿਵਹਾਰ ਕੀ ਹੋ ਸਕਦਾ? ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ ਸਾਡੇ ਆਫਿਸ 'ਚ ਪੇਸ਼ ਹੋ, ਗਲਤ ਮਨਸ਼ਾ ਨਾਲ ਹੀ ਕੀਤਾ ਗਿਆ ਸੀ ਸਰ। ਅਸੀਂ ਬਣਾਇਆ ਇਹਨਾਂ ਨੂੰ ਐਮਐਲਏ ਇਹ ਚੀਜ਼ਾਂ ਲਈ ਬਣਾਇਆ ਹੈ, ਦੱਸੋ ਜੀ। ਤੇ ਜਿਵੇਂ ਇਲਾਕੇ ਦੇ ਵਿੱਚ ਤੁਹਾਡੇ ਐਮਐਲਏ ਸਾਹਿਬ ਦੀ ਕੋਈ ਹੋਰ ਵੀ ਇਦਾਂ ਦੀ ਕਦੀ ਕੋਈ ਗੱਲਬਾਤ ਸੁਣਨ ਨੂੰ ਆਈ? ਬਿਲਕੁਲ ਜੀ, ਜਦੋਂ ਸਰ ਇਹਨਾਂ ਨੇ, ਮੈਨੂੰ ਤਾਂ ਇਸ ਚੀਜ਼ ਦਾ ਹੁਣ ਪਤਾ ਲੱਗਿਆ
ਤੇ ਜਦੋਂ ਇਹਨਾਂ ਨੇ ਐਮਐਲਏ ਦਾ ਇਲੈਕਸ਼ਨ ਲੜਨਾ ਸੀ ਉਸ ਟਾਈਮ ਵੀ ਸਰ ਇਹਨਾਂ ਦੇ ਉੱਤੇ 2 ਐਫਆਈਆਰ ਸੀਗੀਆਂ। ਇਹਨਾਂ ਦਾ ਪੁਲਿਸ ਵਾਲੇ ਨਾਲ ਪਾਇਲ 'ਚ ਵੀ ਡੀਡੀਆਰ ਕੱਟੀ ਗਈ ਹੈ ਸਰ। ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹੈਗਾ। ਇਹਨਾਂ ਦਾ ਗੁੰਡਾਗਰਦੀ ਹੈ ਨਾ ਰਾਜ ਦੇ ਵਿੱਚੋਂ ਹੀ ਆਇਆ। ਪਤਾ ਨਹੀਂ ਕਿਵੇਂ ਪੋਲੀਟੀਕਲ ਹੈ ਨਾ ਇਹ ਫੀਲਡ 'ਚ ਆ ਗਏ ਨੇ, ਕਿਉਂਕਿ ਹੈ ਗੁੰਡੇ ਨੇ ਜੀ ਬਿਲਕੁਲ। ਨੀਤੂ ਸਿੰਘ ਵੱਲੋਂ ਦੋਸ਼ ਬੜੇ ਵੱਡੇ ਵਿਧਾਇਕ ਦੇ ਉੱਪਰ ਲਗਾਏ ਗਏ ਨੇ। ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਆਪਣਾ ਕੀ ਪੱਖ ਦਿੰਦੇ ਨੇ। ਕੋਸ਼ਿਸ਼ ਕੀਤੀ ਉਹਨਾਂ ਨਾਲ ਵੀ ਇਹਨਾਂ ਦਾ ਪੱਖ ਜਾਣਨ ਦੀ, ਪਰ ਉਹਨਾਂ ਦੇ ਫੋਨ ਨੰਬਰ ਤੇ ਉਹਨਾਂ ਦੇ ਕਿਸੇ ਸਾਥੀ ਨੇ ਫੋਨ ਚੱਕ ਕੇ ਕਿਹਾ ਕਿ ਵਿਧਾਇਕ ਜੀ ਇਸ ਵਕਤ ਵਿਧਾਨ ਸਭਾ 'ਚ ਕਿਸੇ ਕੰਮ 'ਚ ਮਸ਼ਰੂਫ ਹਨ, ਜੇਕਰ ਫ੍ਰੀ ਹੁੰਦੇ ਤਾਂ ਤੁਹਾਡੇ ਨਾਲ ਗੱਲ ਕਰਾਵਾਂਗੇ। ਪਰ ਗੱਲ ਸਾਡੀ ਵਿਧਾਇਕ ਸਾਹਿਬ ਦੇ ਨਾਲ ਨਹੀਂ ਹੋ ਸਕੀ। ਦੇਖਦੇ ਹਾਂ ਕਿ ਵਿਧਾਇਕ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਘਟਨਾ ਦੇ ਸੰਬੰਧ ਵਿੱਚ ਆਪਣਾ ਕੀ ਪੱਖ ਪੇਸ਼ ਕਰਦੇ ਹਨ।